ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਚੈਨਲ ਸਾਂਝਾ ਪੰਜਾਬ ਤੇ ਮੈਂ ਤੁਹਾਡੀ ਆਪਣੀ ਹੋਸਟ ਤੇ ਆਪਣੀ ਤੁਹਾਡੀ ਦੋਸਤ ਰਵੀ ਮਨਹਾਸ ਇੱਕ ਵਾਰੀ ਫੇਰ ਹਾਜ਼ਰ ਹਾਂ। ਅੱਜ ਸਾਡੇ ਸਟੂਡੀਓ ਦੇ ਵਿੱਚ ਦਿਨੇਸ਼ ਸ਼ਰਮਾ ਜੀ ਆਏ ਨੇ, ਜਿਹੜੇ ਕਿ ਤੁਹਾਨੂੰ ਪਤਾ ਸਾਡੇ ਵਿਊਅਰਸ ਕੋਈ ਪਹਿਚਾਣ ਦੇ ਮੁਹਤਾਜ ਨਹੀਂ ਹੈਗੇ। ਸਾਡੇ ਵਿਊਅਰਸ ਆਲਰੇਡੀ ਜਾਣਦੇ ਹੀ ਨੇ ਕਿ ਉਹ ਆਪਣੀਆਂ HR ਦੇ ਸੰਬੰਧਿਤ ਜਿੰਨੀਆਂ ਵੀ ਸਰਵਿਸਿਜ਼ ਨੇ ਉਹ ਸਾਡੀ ਕਮਿਊਨਿਟੀ ਨੂੰ ਪ੍ਰੋਵਾਈਡ ਕਰਦੇ ਨੇ ਤੇ ਟਾਈਮ ਟੂ ਟਾਈਮ ਕੁਝ ਨਵੀਂ ਜਾਣਕਾਰੀ ਵੀ ਇਸੇ ਖੇਤਰ ਦੇ ਵਿੱਚ ਜਿਹੜੀ ਉਹਨਾਂ ਨੂੰ ਹਾਸਲ ਹੁੰਦੀ ਆ ਉਹ ਲੈ ਕੇ ਸਾਡੇ ਨਾਲ ਰੂਬਰੂ ਹੁੰਦੇ ਨੇ। ਸੋ ਆਓ ਅੱਜ ਕੀ ਨਵਾਂ ਉਹ ਲੈ ਕੇ ਆਏ ਸਾਡੇ ਵਾਸਤੇ, ਕਿਹੜੀ ਨਵੀਂ ਇਨਫੋਰਮੇਸ਼ਨ ਤੇ ਕਿਹੜੀਆਂ ਜੌਬਸ ਨੇ ਜਿਹੜੀਆਂ ਕਿ ਹੋਰ ਸਾਡੇ ਵਾਸਤੇ ਖੁੱਲੀਆਂ ਨੇ, ਆਓ ਉਹਨਾਂ ਬਾਰੇ ਉਹਨਾਂ ਦੇ ਮੂੰਹ ਹੀ ਸੁਣਦੇ ਹਾਂ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਦਿਨੇਸ਼ ਜੀ ਸਤਿ ਸ਼੍ਰੀ ਅਕਾਲ, ਵੈਲਕਮ ਟੂ ਦਾ ਸਟੂਡੀਓ। ਥੈਂਕ ਯੂ ਰਵਿੰਦਰ, ਥੈਂਕ ਯੂ ਤੁਹਾਨੂੰ ਤੇ ਸਾਂਝਾ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਤੇ ਪਿਆਰ ਭਰੀ ਨਮਸਤੇ। ਯੂ ਵੈਲਕਮ, ਤੁਹਾਡਾ ਹਮੇਸ਼ਾ ਹੀ ਸਵਾਗਤ ਆ। ਤੁਸੀਂ ਸਾਡੀ ਕਮਿਊਨਿਟੀ ਦੀ ਇੰਨੀ ਜ਼ਿਆਦਾ ਹੈਲਪ ਕਰ ਰਹੇ ਹੋ, ਉਹਨਾਂ ਨੂੰ ਨਵੀਆਂ ਅਪੋਰਚੁਨਿਟੀਜ਼ ਦੇ ਬਾਰੇ ਵਿੱਚ ਦੱਸ ਕੇ। ਮੈਂ ਪੜ੍ਹਿਆ ਕੱਲ੍ਹ ਪਰਸੋਂ ਹੀ ਤੁਹਾਡੇ ਸੋਸ਼ਲ ਮੀਡੀਆ ਤੇ ਕੁਝ ਜੌਬ ਲਿਸਟਿੰਗਸ ਤੁਸੀਂ ਦੱਸੀਆਂ ਸੀਗੀਆਂ, ਕੁਝ ਕੁਆਲਿਟੀ ਮੈਨੇਜਰ ਦੀਆਂ ਜੌਬਸ ਦੱਸੀਆਂ ਸੀ, ਕੁਝ ਹੋਰ ਇਹਦੇ ਨਾਲ ਹੀ ਰਿਲੇਟਡ ਹੈ ਨਾ। ਤੇ ਉਹ ਜੌਬਸ ਕੀ ਇਨਫੋਰਮੇਸ਼ਨ ਉਹਦੇ ਵਿੱਚ, ਉਹ ਜੌਬਸ ਹਾਲੇ ਵੀ ਪ੍ਰੈਜ਼ੈਂਟ ਹੈਗੀਆਂ ਤੁਹਾਡੇ ਕੋਲ? ਬਿਲਕੁਲ ਹੈਗੀਆਂ। ਅੱਜ ਦੀ ਡੇਟ ਦੇ ਵਿੱਚ ਤੁਸੀਂ ਮੰਨੋਗੇ ਕਿ ਮੇਰੇ ਕੋਲ 10 ਅਲੱਗ-ਅਲੱਗ ਤਰ੍ਹਾਂ ਦੀ ਪੋਜੀਸ਼ਨਾਂ ਹੈਗੀਆਂ। ਇੱਕ ਬਹੁਤ ਸੀਨੀਅਰ ਲੈਵਲ ਦੀ ਹੈ, ਡਾਇਰੈਕਟਰ ਆਫ ਆਪਰੇਸ਼ਨ ਦੀ ਹੈ, ਇੱਕ ਕੁਆਲਿਟੀ ਮੈਨੇਜਰ ਦੀ ਹੈ। ਬਲਕਿ 2 ਤੇ ਜੌਬਸ ਮੈਂ ਓਪਨਲੀ ਹੁਣੇ ਪਬਲਿਕ ਨੂੰ ਦੱਸਣਾ ਚਾਹਾਂਗਾ ਕਿ ਅਸੀਂ 2 ਜੌਬ ਜਿਹੜੀ ਹੈਗੀਆਂ ਉਹ ਯੂਥ ਦੇ ਲਈ ਹੈਗੀਆਂ। ਉਹ ਹੈਗੀਆਂ ਕਿ ਡਾਟਾ ਇੰਟੀਗ੍ਰੇਸ਼ਨ ਇੰਜੀਨੀਅਰ ਕਰਦੇ, ਕੋਈ IT ਵਾਲਾ ਕੰਪਿਊਟਰ ਵਾਲਾ ਬੱਚਾ ਹੋਏ ਜਿਹਨੂੰ 1-2 ਕੰਪਿਊਟਰ ਦੀ ਲੈਂਗੁਏਜਸ ਆਉਂਦੀਆਂ ਹੋਣ, ਉਹ ਵਰਕ ਫਰਮ ਹੋਮ ਦੀ ਅਪਰਚੁਨਿਟੀ ਹੈਗੀ ਆ। ਤੇ 2 ਬੰਦੇ ਚਾਹੀਦੇ ਇੱਥੇ। ਫਸਟ ਵੀਕ ਆਫ ਅਕਤੂਬਰ ਤੋਂ ਸ਼ੁਰੂ ਕਰਨੀ ਹੈ। ਕੋਈ ਵੀ ਇਹ ਜਿਹਾ ਹੈ ਜਿਹਨੂੰ ਥੋੜੀ ਬਹੁਤ ਕੰਪਿਊਟਰ ਦੀ ਨੌਲੇਜ ਹੈ, ਲੈਂਗੁਏਜਸ ਦੀ, ਪਾਈਥਨ SQL ਦੀ ਨੌਲੇਜ ਹੈ, ਉਹਨੇ ਸਾਨੂੰ ਕੰਟੈਕਟ ਕਰੇ। ਤੇ 2 ਕਿਉਂਕਿ ਯੂਥ ਦੀ ਹੈਗੀ ਆ ਤਾਂ ਥੋੜੀ ਜਿਹੀ ਰਿਕੁਆਇਰਮੈਂਟ ਹੈ ਏਜ ਫੈਕਟਰ ਦੀ, ਯੂਥ ਹੋਣੇ ਚਾਹੀਦੇ, ਮਤਲਬ ਆਮ ਬੀਇੰਗ ਓਨੈਸਟ ਅਬਾਊਟ ਇਟ। ਤੇ ਮੈਨੂੰ ਕੰਟੈਕਟ ਕਰੋ, ਜਿੰਨੀ ਜੌਬ ਦੇ ਰਿਲੇਟਡ ਇਨਫੋਰਮੇਸ਼ਨ ਹੋਏਗੀ ਅਸੀਂ ਜ਼ਰੂਰ ਸਾਂਝੀ ਕਰਾਂਗੇ। ਵੰਡਰਫੁਲ। ਸੋ ਵੀਅਰਸ, ਜਿਹੜੇ ਵੀ ਸਾਡੇ ਯੂਥ ਨੇ, ਯੰਗਸਟਰਸ ਨੇ, ਜਿਹੜੇ ਕੁਛ ਇੱਦਾਂ ਦੀਆਂ ਵਰਕ ਫਰੋਮ ਹੋਮ IT ਦੇ ਵਿੱਚ ਸਪੈਸ਼ਲੀ ਜੌਬਸ ਦੀ ਭਾਲ ਕਰ ਰਹੇ ਨੇ, ਉਹ ਦਿਨੇਸ਼ ਜੀ ਨੂੰ ਕੰਟੈਕਟ ਕਰ ਲਓ ਤੇ ਤੁਹਾਡੀ ਜੌਬਸ ਹੋਪਫੁਲੀ ਲੱਗ ਜੂਗੀ। ਸੋ ਦਿਨੇਸ਼ ਜੀ, ਇੱਦਾਂ ਸੀਗਾ ਕਿ ਜਿਵੇਂ ਕਿ ਸੁਣਨ ਵਿੱਚ ਆਇਆ ਆ ਕਿ ਸਾਡੇ ਜਿਹੜੇ ਪ੍ਰੀਮੀਅਰ ਨੇ ਡਗ ਫੋਰਡ, ਉਹਨਾਂ ਨੇ ਬਹੁਤ ਜ਼ਿਆਦਾ ਪਿੱਛੇ ਜੇ ਫੰਡ ਰਿਲੀਜ਼ ਕੀਤਾ ਆ ਸਪੈਸ਼ਲੀ ਮੈਨੂਫੈਕਚਰਿੰਗ ਜੌਬਸ ਨੂੰ ਲੈ ਕੇ। ਤੇ ਸਾਡੇ ਕੋਲੇ ਕੁਝ ਡਾਟਾ ਵੀ ਆਇਆ ਸੀਗਾ ਕਿ ਪਿੱਛੇ ਜੇ ਜਿਹੜਾ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਜਿਹੜੀਆਂ ਜੌਬਸ ਨੇ ਉਹ ਕੰਪੈਰੇਟਿਵਲੀ ਲਾਸਟ ਈਅਰ ਔਰ ਮੇਬੀ ਸਟਾਰਟਿੰਗ ਆਫ ਦਿਸ ਈਅਰ ਹੁਣ ਨੇ ਜਿਹੜੇ ਡਾਟੇ ਕਾਫੀ ਅਪ ਜਾ ਰਹੇ ਨੇ। ਰਾਈਟ। ਤੇ ਓਬਵੀਅਸਲੀ ਜੇ ਮੈਨੂਫੈਕਚਰਿੰਗ ਜ਼ਿਆਦਾ ਹੋ ਰਹੀ ਹੈ ਤਾਂ ਜੌਬਸ ਵੀ ਜ਼ਿਆਦਾ ਨਿਕਲਣੀਆਂ ਹੋਣਗੀਆਂ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਕੀ ਆ ਤੁਹਾਡੇ ਕੋਲੇ ਸਾਰੇ ਓਵਰਆਲ ਸਿਨੈਰੀਓ 'ਚ ਤੁਸੀਂ ਜੇ ਦੇਖਦੇ ਹੋ ਤੇ ਕੀ ਪ੍ਰੋਸਪੈਕਟ ਹੈਗਾ ਸਾਡੇ ਵਿਊਅਰਸ ਲਈ ਉਹਦੇ ਵਿੱਚ? ਅੱਜ ਦੀ ਡੇਟ ਦੇ ਵਿੱਚ ਜਿਸ ਵੇਲੇ ਤੁਸੀਂ ਇਹ ਦੇਖ ਰਹੇ ਹੋ ਕਿ COVID-19 ਹੋਇਆ ਤੇ ਸਾਰੀਆਂ ਇੱਕ ਕਰਕੇ ਕਦੀ ਇਹ ਸੁਣਨ ਆ ਰਿਹਾ ਸੀ ਇਹ ਇੰਡਸਟਰੀ ਬੰਦ ਹੋ ਰਹੀ ਹੈ, ਇਹ ਇੰਡਸਟਰੀ ਬੰਦ ਹੋ ਰਹੀ ਹੈ, ਇਹ ਕੰਪਨੀ। ਇਸ ਦੇ ਵਿੱਚ ਸਾਡੇ ਪ੍ਰੀਮੀਅਰ ਨੂੰ ਮੈਂ ਬਹੁਤ ਪ੍ਰੇਜ਼ ਕਰਾਂਗਾ। ਉਹਨਾਂ ਨੇ ਇੱਕ ਬਹੁਤ ਚੰਗਾ ਇਨੀਸ਼ੀਏਟਿਵ ਲਿਆ। ਉਹਨਾਂ ਨੇ ਜੇ ਇਨੀਸ਼ੀਏਟਿਵ ਲਿਆ, ਉਹਨੇ ਕਿਹਾ ਕਿ ਅੱਜ ਕੋਲ ਕੁਝ ਸਾਲ ਪਹਿਲੇ ਹੈਗਾ ਕੀ ਸੀ ਕਿ ਓਨਟਾਰੀਓ ਨੂੰ ਮੈਨੂਫੈਕਚਰਿੰਗ ਦਾ ਹੱਬ ਮੰਨਿਆ ਜਾਂਦਾ ਸੀ। ਹੱਬ ਮਤਲਬ ਕਿ ਜਿਹੜੀ ਮੈਨੂਫੈਕਚਰਿੰਗ ਹੁੰਦੀ ਸੀ ਉਹ ਇੱਥੇ ਹੁੰਦੀ ਸੀ। ਫਿਰ ਹੌਲੀ ਹੌਲੀ ਸਰਕਮਸਟੈਂਸਿਸ ਹੋਏ, ਕੁਝ ਹੋਏ, ਉਹ ਓਨਟਾਰੀਓ ਤੋਂ ਮੈਨੂਫੈਕਚਰਿੰਗ ਜਾਣੀ ਚਾਲੂ ਹੋ ਗਈ। ਹੁਣ ਇਹ COVID-19 ਕਰਕੇ ਉਹਨਾਂ ਨੇ ਇੱਕ ਜਿਹੜਾ ਬਹੁਤ ਵੱਡਾ ਸਟੈਪ ਉਠਾਇਆ, ਉਹ ਸਟੈਪ ਉਹਨਾਂ ਨੇ ਇਹ ਉਠਾਇਆ ਕਿ ਮੈਨੂਫੈਕਚਰਿੰਗ ਨੂੰ ਵਾਪਸ ਓਨਟਾਰੀਓ ਦੇ ਵਿੱਚ ਲੈ ਕੇ ਆਉਣਗੇ। ਤੇ ਇਸ ਕਰਕੇ ਜਿੰਨੀ ਵੀ ਉਹਨਾਂ ਕੋਲ ਹੋ ਸਕਦੀ ਹੈ, ਕੀ ਕਹਿੰਦੇ ਆ, ਡਾਇਰੈਕਸ਼ਨਸ ਹੋ ਸਕਦੀ ਹੈ, ਐਕਸ਼ਨਸ ਹੋ ਸਕਦੇ ਉਹਨਾਂ ਨੇ ਕੀਤਾ। ਉਹਨਾਂ ਨੇ ਇੱਕ ਨਵਾਂ ਸਲੋਗਨ ਦਿੱਤਾ। ਉਹ ਸਲੋਗਨ ਦਿੱਤਾ ਮੇਡ ਇਨ ਓਨਟਾਰੀਓ ਬਾਏ ਓਨਟਾਰੀਅਨਸ, ਕਿ ਓਨਟਾਰੀਓ ਦੇ ਵਿੱਚ ਚੀਜ਼ ਬਣੇਗੀ ਤੇ ਓਨਟਾਰੀਓ ਦੇ ਲੋਕ ਹੀ ਬਣਾਉਣਗੇ। ਇਸ ਦਾ ਕੀ ਮਤਲਬ ਹੈ ਕਿ ਜੌਬਸ ਖੁੱਲਣਗੀਆਂ। ਵੰਡਰਫੁਲ। ਇੱਕ ਅਗਰ ਤੁਸੀਂ ਇਹ ਲਾਓ ਕਿ ਇੱਕ ਅਗਰ ਫੈਕਟਰੀ ਲੱਗਦੀ ਹੈ, ਇੱਕ ਛੋਟਾ ਜਿਹਾ ਐਗਜ਼ਾਮਪਲ ਦੇ ਰਹੇ, ਕੋਈ ਵੀ ਮੈਨੂਫੈਕਚਰਿੰਗ ਕਰਨੀ ਹੈ, ਕੋਈ ਛੋਟੀ ਜਿਹੀ ਵਰਕਸ਼ਾਪ ਸੀ ਲਾ ਲਓ ਕਿ ਅਗਰ ਕੋਈ ਖੁੱਲਦੀ ਹੈ, ਉਸ ਦੇ ਵਿੱਚ ਕਿੰਨੇ ਲੋਕਾਂ ਨੂੰ ਜੌਬ ਮਿਲੇਗੀ, ਹੈ ਨਾ। ਕੋਈ ਜਿਹੜੇ ਕੰਮ ਕਰਨ ਵਾਲੇ ਆ ਉਹਨਾਂ ਨੂੰ ਜੌਬ ਮਿਲੇਗੀ, ਕੋਈ ਅਕਾਊਂਟਸ ਵਾਲਾ ਹੋਏਗਾ ਉਹਨੂੰ ਜੌਬ ਮਿਲੇਗੀ, ਕੋਈ ਕਈ ਤਰ੍ਹਾਂ ਦੇ ਉਹਨੂੰ ਉਸ ਕੰਪਨੀ ਨੂੰ, ਉਸ ਵਰਕਸ਼ਾਪ ਨੂੰ ਸਪਲਾਈ ਕਰਨ ਵਾਲੇ ਜਿੰਨੇ ਸਪਲਾਇਰ ਹੋਣਗੇ ਉਹਨਾਂ ਨੂੰ ਕੰਮ ਮਿਲੇਗਾ ਤੇ ਕਾਫੀ ਸਾਰੇ ਲੋਕਾਂ ਨੂੰ ਅਪਰਚੁਨਿਟੀ ਮਿਲੇਗੀ। ਤੇ ਅੱਜ ਦੀ ਡੇਟ 'ਚ ਅਗਰ ਇਹ ਕਹਿੰਦੇ ਆ ਤਾਂ ਮੈਨੂਫੈਕਚਰਿੰਗ ਨੂੰ ਓਨਟਾਰੀਓ ਦੇ ਵਿੱਚ ਲਿਆਉਣ ਕਰਕੇ ਅਗਲੇ 3-4-5 ਸਾਲ ਤੁਸੀਂ ਮੰਨ ਲਓ
ਕਿ ਬਹੁਤ ਬ੍ਰਾਈਟ ਲੱਗ ਰਿਹਾ, ਬਹੁਤ ਚੰਗੇ ਲੱਗ ਰਿਹਾ ਮੈਨੂਫੈਕਚਰਿੰਗ ਸੈਕਟਰ। ਅਗਰ ਤੁਹਾਡੇ ਸਾਡੇ ਵੀਰਾਂ ਦੇ ਵਿੱਚ ਕੋਈ ਵੀ ਜਿਹੜਾ ਹੈ ਜਿਹੜਾ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਜੌਬ ਦੇਖ ਰਿਹਾ ਹੈ, ਇਹ ਰਾਈਟ ਅਪਰਚੁਨਿਟੀ ਹੈ। ਇੰਜੀਨੀਅਰ ਚਾਹੀਦੇ ਹੁੰਦੇ ਆ, ਟੈਕਨੀਸ਼ੀਅਨ ਚਾਹੀਦੇ ਹੁੰਦੇ ਆ, ਇਲੈਕਟ੍ਰੀਸ਼ੀਅਨ ਸਾਰੇ ਚਾਹੀਦੇ। ਇੱਕ ਉਹਨਾਂ ਨੇ ਹੋਰ ਬਹੁਤ ਵੱਡੀ ਗੱਲ ਕੀਤੀ ਜਿਹੜੀ ਉਹਨਾਂ ਨੇ ਪਿਛਲੇ ਹਫਤੇ ਕੀਤੀ ਸੀ। ਉਹਨਾਂ ਨੇ ਕਿਹਾ ਸੀ ਕਿ ਚਲੋ ਠੀਕ ਹੈ, ਅਸੀਂ ਮੈਨੂਫੈਕਚਰਿੰਗ ਲੈ ਕੇ ਆ ਰਹੇ ਹਾਂ ਇੱਥੇ, ਹੈ ਨਾ। ਲੋਕ ਇਹ ਕਹਿਣਗੇ ਜੀ ਮੈਨੂੰ ਮੈਨੂਫੈਕਚਰਿੰਗ ਦੀ ਨੌਲੇਜ ਨਹੀਂ ਹੈਗੀ, ਜਿਹੜਾ ਉੱਥੇ ਲੋੜ। ਉਹਨਾਂ ਨੇ ਕਿਹਾ ਕਿ ਮੈਂ $9.3 ਮਿਲੀਅਨ ਜਿਹੜੇ ਹੈ ਮੈਂ ਮੈਨੂਫੈਕਚਰਿੰਗ ਤੇ ਆਟੋ ਮੈਨੂਫੈਕਚਰਿੰਗ ਤੇ ਵੈਸੀ ਮੈਨੂਫੈਕਚਰਿੰਗ ਦੇ ਵਰਕਰਾਂ ਲਈ, EMPLOYEES ਲਈ ਦੀ ਟ੍ਰੇਨਿੰਗ ਲਈ ਇਹ ਪੈਸੇ ਰਿਲੀਜ਼ ਕਰ ਰਿਹਾ। ਓ ਵਾਓ, $9.3 ਮਿਲੀਅਨ is a lot of money. It's a lot of money. ਉਹਨਾਂ ਦਾ ਹੈ ਕਿ ਅਗਰ ਤੁਹਾਡੇ ਕੋਲ ਨੌਲੇਜ ਨਹੀਂ ਆ, ਤੁਸੀਂ ਕੰਮ ਕਰਨਾ ਚਾਹੁੰਦੇ ਹੋ, ਰਾਈਟ, ਗਵਰਨਮੈਂਟ ਤੁਹਾਨੂੰ ਮਤਲਬ ਆਬਵੀਅਸਲੀ ਤੁਹਾਡਾ EMPLOYER ਟ੍ਰੇਨ ਕਰੇਗਾ, ਬਟ ਗਵਰਨਮੈਂਟ ਇਹ ਫੰਡਿੰਗ ਰਿਲੀਜ਼ ਕਰ ਰਹੀ ਹੈ। ਠੀਕ ਹੈ। ਹੁਣ ਸਾਡਾ ਇਹ ਕੰਮ ਹੈ, ਸਾਡੀ ਕੰਪਨੀ ਕੀ ਕਰਦੀ ਹੈ, ਮੈਂ ਪਹਿਲੇ ਵੀ ਇਹ ਕਿਹਾ ਕਿ ਸਾਡੀ ਕੰਪਨੀ ਇਹ ਕਰਦੀ ਹੈ, ਔਰ ਕੰਪਨੀਆਂ ਦੇ ਵਿੱਚ ਬੈਠੀ ਦਾ ਉਹਨਾਂ ਨੂੰ ਇਹ ਕਹੀਦਾ ਕਿ ਠੀਕ ਹੈ ਤੁਸੀਂ ਦੱਸੋ, ਤੁਸੀਂ ਆਪਣਾ ਬਿਜ਼ਨਸ ਚਲਾਉਣਾ, ਤੁਸੀਂ ਅਗਰ ਤੁਹਾਡੇ EMPLOYEES ਨੂੰ ਕੋਈ ਟ੍ਰੇਨਿੰਗ ਦੇਣੀ ਹੈ ਜਾਂ ਕੋਈ ਵੀ ਹੋਰ ਕੰਮ ਕਰਨਾ, ਸਾਨੂੰ ਦੱਸੋ, ਅਸੀਂ ਤੁਹਾਡੇ ਨਾਲ ਬੈਠ ਕੇ ਤੁਹਾਡੀ ਹੈਲਪ ਕਰਾਂਗੇ, ਤੁਹਾਨੂੰ ਸਟ੍ਰੈਟਜੀ ਬਣਾਵਾਂਗੇ, ਜੋ ਵੀ ਐਕਸ਼ਨ ਲੈਣੇ ਉਹ ਕਰ। ਹੁਣ ਅਸੀਂ ਜੋ ਕਰ ਰਹੇ ਸੀ, ਇਹ ਗਵਰਨਮੈਂਟ ਨੇ ਸਾਨੂੰ ਇੱਕ ਹੋਰ ਜਿਹਨੂੰ ਕਹਿੰਦੇ ਨਾ, ਸਾਨੂੰ ਮਤਲਬ ਬਿਜ਼ਨੈਸਿਸ ਨੂੰ ਇਹ ਸਪੋਰਟ ਕੀਤੀ ਹੈ ਕਿ ਤੁਸੀਂ ਮੈਨੂਫੈਕਚਰਿੰਗ ਕਰ ਰਹੇ ਹੋ, ਤੁਸੀਂ ਆਪਣੇ ਬੰਦਿਆਂ ਨੂੰ ਟ੍ਰੇਨ ਕਰਨਾ ਚਾਹੁੰਦੇ ਹੋ, ਗਵਰਨਮੈਂਟ ਸਪੋਰਟ ਕਰ ਰਹੀ ਹੈ, ਪੈਸੇ ਦੇ ਰਹੀ ਹੈ, ਟ੍ਰੇਨ ਕਰੋ। ਦੀ ਜੌਬਸ ਮੈਨੂਫੈਕਚਰਿੰਗ ਦੇ ਵਿੱਚ ਇੰਨੀਆਂ ਆਉਣ ਵਾਲੀਆਂ, ਇੰਨੀਆਂ ਕਿ ਤੁਸੀਂ ਮੰਨ ਨਹੀਂ ਸਕਦੇ। ਬਟ ਪੀਪਲ ਜਸਟ ਹੈਵ ਟੂ ਲੁੱਕ ਫॉर ਦੀ ਰਾਈਟ ਅਪਰਚੁਨਿਟੀ ਐਂਡ ਪੀਪਲ ਅਗਰ ਸਕਿੱਲ ਸੈਟ ਨਹੀਂ ਹੈ ਤਾਂ ਉਹਨਾਂ ਨੂੰ ਆਪਣੇ ਆਪ ਨੂੰ ਟ੍ਰੇਨ ਕਰਨਾ ਹੈ ਉਸ ਜੌਬਸ ਲਈ। ਬਿਲਕੁਲ, ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਜਸਟਿਨ ਟਰੂਡੋ, ਉਹਨਾਂ ਨੇ ਵੀ ਥੋੜੀ ਦੇਰ ਪਹਿਲੇ ਇਹੀ ਸਾਨੂੰ ਰਿਕੁਐਸਟ ਕੀਤੀ ਸੀ ਕਿ ਬਾਏ ਕੈਨੇਡੀਅਨ, ਰਾਈਟ। ਤੇ ਹੁਣ ਜਿਹੜੇ ਸਾਡੇ ਪ੍ਰੀਮੀਅਰ ਨੇ ਉਹਨਾਂ ਨੇ ਵੀ ਕਿਹਾ ਬੀ ਕੈਨੇਡੀਅਨ, ਬਾਏ ਕੈਨੇਡੀਅਨ। ਸੋ ਉਹਦੇ ਵਾਸਤੇ ਉਹਨਾਂ ਨੇ ਜਿਹੜੇ ਇਨੀਸ਼ੀਏਟਿਵ ਲਿਆ ਕਿ ਜੇ ਤੁਹਾਡੇ ਕੋਲੇ ਟ੍ਰੇਨਿੰਗ ਨਹੀਂ ਹੈ ਜਾਂ ਤੁਹਾਨੂੰ ਕੋਈ ਵਰਕ ਐਕਸਪੀਰੀਅੰਸ ਦੀ ਕਮੀ ਹੈ ਜਾਂ ਵਰਕ ਕਹਿ ਲਓ ਟ੍ਰੇਨਿੰਗ ਦੀ ਕਮੀ ਹੈ, ਉਹਦੇ ਵਾਸਤੇ ਜਿਹੜੀ ਫੰਡਿੰਗ ਹੈ, ਇਹ ਵਾਕਈ ਬਹੁਤ ਹੀ ਗ੍ਰੇਟ ਨਿਊਜ਼ ਹੈ। ਜਿਹੜੇ ਲੋਕੀ ਇਸ ਪ੍ਰੋਫੈਸ਼ਨ 'ਚ ਆਉਣਾ ਚਾਹੁੰਦੇ ਨੇ ਜਾਂ ਆਟੋ ਪਾਰਟਸ ਮੈਨੂਫੈਕਚਰਿੰਗ 'ਚ ਜਾਂ ਹੋਰ ਵੀ ਕਿਸੇ ਵੀ ਮੈਨੂਫੈਕਚਰਿੰਗ ਦੇ ਵਿੱਚ ਜਾਂ ਕਿਸੇ ਕਾਰਨ ਕਰਕੇ ਜੇ ਉਦੋਂ ਉਹ ਇਸ ਚੀਜ਼ ਦੀ ਟ੍ਰੇਨਿੰਗ ਨਹੀਂ ਲੈ ਸਕੇ, ਤਾਂ ਹੁਣ ਤੁਹਾਨੂੰ ਔਨ ਜੌਬ ਵਰਕ ਪਲੇਸ ਦੇ ਉੱਤੇ ਹੀ ਟ੍ਰੇਨਿੰਗ ਦਾ ਜਿਹੜਾ ਇਹ ਕਹਿ ਲਓ ਕਿ ਬਹੁਤ ਹੀ ਵੱਖਰਾ ਤੇ ਨਵੇਕਲਾ ਜਿਹਾ ਪ੍ਰੋਗਰਾਮ ਜਿਹੜਾ ਲੈ ਕੇ ਹੁਣ ਸਰਕਾਰ ਸਾਡੇ ਅੱਗੇ ਆਈ ਹੈ। ਸਭ ਯੂਨੀਕ ਐਂਡ ਐਵਰੀਬਾਡੀ ਮੇਰੇ ਹਿਸਾਬ ਨਾਲ ਇਹਦੇ ਉੱਤੋਂ ਬੈਨੀਫਿਟ ਚੁੱਕਣਾ ਚਾਹੀਦਾ ਆ। ਹੁਣ ਤੁਸੀਂ ਇਹ ਦੇਖੋ, ਮੈਂ ਇੱਕ ਛੋਟਾ ਐਗਜ਼ਾਮਪਲ ਦਾ, ਜਿਵੇਂ ਮੈਂ ਕਹਿ ਦਿੰਦਾ ਕਿ ਕੋਈ ਵੀ ਕੰਪਨੀ ਲੱਗਦੀ ਹੈ, ਵਰਕਸ਼ਾਪ ਲੱਗਦੀ ਹੈ, ਜਿਹੜੇ ਪਹਿਲੇ ਉਹ ਕਹਿੰਦਾ ਨਾ ਕੱਚਾ ਮਾਲ ਆਏਗਾ ਤੇ ਪੱਕਾ ਬਣੇਗਾ, ਰॉ ਮਟੀਰੀਅਲ ਆਏਗਾ, ਉਹਨਾਂ ਨੂੰ ਜੌਬ ਮਿਲੇਗੀ, ਰॉ ਮਟੀਰੀਅਲ ਵਾਲਿਆਂ ਨੂੰ ਜੌਬ ਮਿਲੇਗੀ, ਫਿਰ ਉਹਨੂੰ ਪੱਕਾ ਮਾਲ ਬਣੇਗਾ, ਫਿਨਿਸ਼ ਪ੍ਰੋਡਕਟ ਬਣੇਗਾ, ਉਹ ਫਿਨਿਸ਼ ਪ੍ਰੋਡਕਟ ਫਿਰ ਐਂਡ ਯੂਜ਼ਰ ਕੋਲ ਜਾਏਗਾ ਤੇ ਜਿਹੜੀ ਟਰੱਕਿੰਗ ਕੰਪਨੀ ਹੈ, ਡਿਸਟ੍ਰੀਬਿਊਸ਼ਨ ਦੀ ਜਿਹੜੀਆਂ ਕੰਪਨੀ, ਉਹਨਾਂ ਨੂੰ ਕੰਮ ਮਿਲੇਗਾ। ਕਿਉਂ? ਕਿਉਂਕਿ ਉਹ ਮਾਲ ਕਿੱਥੇ ਨਾ ਕਿਤੇ ਤੇ ਐਂਡ ਯੂਜ਼ਰ ਤੱਕ ਵੀ ਜਾਣਾ ਨਾ, ਤਾਂ ਸਪਲਾਈ ਚੇਨ ਜਿਹੜੀ ਹੈ ਉਹ ਸਪਲਾਈ ਚੇਨ ਦੇ ਵਿੱਚ ਜੌਬਸ ਆਣਗੀਆਂ, ਰॉ ਮਟੀਰੀਅਲਸ ਆਣਗੀਆਂ। ਆਈ ਮੀਨ ਫਿਊਚਰ ਲੁਕਸ ਵੈਰੀ ਬ੍ਰਾਈਟ ਫॉर ਮੈਨੂਫੈਕਚਰਿੰਗ ਇਨ ontario। ਜਿਵੇਂ ਕਿ ਹੁਣ ਆਪਾਂ ਇੱਕ ਸਿੰਪਲ ਪੈਨ ਹੀ ਲੈ ਲੈਂਦੇ ਆ ਤੇ ਇਹਦੇ ਬਿਹਾਈਂਡ ਕੀ ਕੁਝ ਕੰਮ ਹੋਇਆ, ਕਿਹੜੀ ਇੰਡਸਟਰੀ ਨੇ ਕੀਤਾ, ਕਿੱਥੋਂ ਰॉ ਮਟੀਰੀਅਲ ਆਇਆ, ਕਿੱਥੋਂ ਫਿਰ ਮੈਨੂਫੈਕਚਰਿੰਗ ਹੋਈ, ਕਿੱਥੋਂ ਇਹਦੀ ਮੋਲਡਿੰਗ ਹੋਈ, ਕਿੱਥੋਂ ਸਟੀਲ ਦਾ ਕੰਮ ਹੋਇਆ, ਕਿੱਥੇ ਫਿਰ ਪ੍ਰਿੰਟਿੰਗ ਹੋਈ, ਕਿਤੇ ਪੈਕਿੰਗ ਹੋਈ, ਕਿੱਥੇ ਡਿਲੀਵਰੀ ਹੋਈ, ਕਿੱਥੇ ਫਿਰ ਉਹ ਸਾਰੀ ਲੌਜਿਸਟਿਕ ਸਰਵਿਸਿਜ਼ ਹੋਈਆਂ। ਸੋ ਲੋਟ ਆਫ ਇੰਡਸਟਰੀਜ਼ ਨੇ ਜਿਹੜੀਆਂ ਕਿ ਮੈਨੂਫੈਕਚਰਿੰਗ ਦੇ ਇਰਦ ਗਿਰਦ ਹੀ ਘੁੰਮਦੀਆਂ ਨੇ। ਬਿਲਕੁਲ। ਤੇ ਕਿਸੇ ਵੀ ਸਾਡੇ ਬਹਿਨ ਨੂੰ, ਵੀਰ ਨੂੰ, ਸੱਜਣ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਕਿ ਕਿਸ ਤਰ੍ਹਾਂ ਦੀਆਂ ਜੌਬਸ ਹੋਣਗੀਆਂ ਜਾਂ ਕਿਵੇਂ ਟ੍ਰੇਨਿੰਗ ਕਰ ਸਕਦੇ ਹੋ, ਸਾਨੂੰ ਕੰਟੈਕਟ ਕਰੋ। ਜਿੰਨੀ ਸਾਡੇ ਕੋਲ ਇਨਫੋਰਮੇਸ਼ਨ ਹੋਏਗੀ ਅਸੀਂ ਜ਼ਰੂਰ ਸਾਂਝੀ ਕਰਾਂਗੇ। ਵੰਡਰਫੁਲ। ਸੋ ਵਿਊਅਰਸ, ਜਿੱਦਾਂ ਕਿ ਦਿਨੇਸ਼ ਜੀ ਨੇ ਕਿਹਾ ਕਿ ਮੈਨੂਫੈਕਚਰਿੰਗ ਦੇ ਵਿੱਚ ਬਹੁਤ ਹੀ ਅੱਛਾ ਸਕੋਪ ਆਉਣ ਵਾਲਾ ਆ, ਤੇ ਜੇ ਕਿਸੇ ਨੂੰ ਤੁਹਾਨੂੰ ਟ੍ਰੇਨਿੰਗ ਦੀ ਵੀ ਲੋੜ ਆ ਤਾਂ ਵੀ ਔਨ ਵਰਕ ਪਲੇਸ ਇਹ ਟ੍ਰੇਨਿੰਗ ਦਾ ਵੀ ਇੰਤਜ਼ਾਮ ਕਰਾਉਂਦੇ ਨੇ। ਸੋ ਕਾਈਂਡਲੀ ਤੁਸੀਂ ਕਿਸੇ ਵੀ ਟਾਈਮ ਦਿਨੇਸ਼ ਜੀ ਨੂੰ ਕਾਲ ਕਰਕੇ ਜਾਂ ਉਹਨਾਂ ਨੂੰ ਈਮੇਲ ਕਰਕੇ ਤੁਸੀਂ ਉਹਨਾਂ ਤੋਂ ਇਹਨਾਂ ਅਪੋਰਚੁਨਿਟੀਜ਼ ਦੇ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ। ਮੈਂ ਇੱਕ ਹੋਰ ਛੋਟੀ ਜਿਹੀ ਗੱਲ ਕਹਿਣਾ ਚਾਹਾਂਗਾ ਇੱਥੇ ਕਿ ਇਹ ਸਾਰੇ ਇਨਫੋਰਮੇਸ਼ਨ ਸਾਂਝੀ ਕਰਨ ਲਈ ਕਮਿਊਨਿਟੀ ਦੇ ਜ਼ਿਆਦਾ ਬਿਜ਼ਨਸ ਓਨਰਸ ਨੂੰ ਸਾਂਝੀ ਕਰਨ ਲਈ ਕਿ ਮੈਨੂਫੈਕਚਰਿੰਗ ਕਿੱਥੇ ਜਾ ਰਹੀ ਹੈ, ਅੱਗੇ ਕਿੱਥੇ ਅਗਲੇ 3 ਤੋਂ 5 ਸਾਲਾਂ ਦੇ ਵਿੱਚ ontario ਦੀ ਮੈਨੂਫੈਕਚਰਿੰਗ ਕੀ ਹੋਏਗਾ, ਅਸੀਂ ਅਗਲੇ ਸੈਟਰਡੇ ਨੂੰ ਜਿਹੜਾ 19 ਸਤੰਬਰ ਇੱਕ ਵੈਬੀਨਾਰ ਕਰ ਰਹੇ ਹਾਂ, ਹੈ ਨਾ। ਉਸ ਵੈਬੀਨਾਰ ਦੇ ਵਿੱਚ ਕੈਨੇਡਾ ਦੀ ਇੱਕ ਬਹੁਤ ਹੀ ਸੀਨੀਅਰ ਹੈ ਜਿਨ੍ਹਾਂ ਨੂੰ ਮੈਨੂਫੈਕਚਰਿੰਗ ਦਾ
30 ਸਾਲ ਦਾ ਐਕਸਪੀਰੀਅੰਸ ਹੈ, ਇਤਨੇ ਸੀਨੀਅਰ ਪ੍ਰੋਫੈਸ਼ਨਲ ਹੈ, ਉਹ ਆ ਰਹੇ ਹੈ, ਉਹ ਆ ਕੇ ਤੇ ਉਹ ਇਹ ਇਨਫੋਰਮੇਸ਼ਨ ਦੇ ਰਹੇ ਹੈ ਕਿ ਅੱਜ ਮੈਨੂਫੈਕਚਰਿੰਗ ਕਿੱਥੇ ਖੜੀ ਹੈ, ਅਗਲੇ 3 ਤੋਂ 5 ਸਾਲਾਂ ਮੈਨੂਫੈਕਚਰਿੰਗ ਕਿੱਥੇ ਪਹੁੰਚੇਗੀ, ਕੀ ਅਪਰਚੁਨਿਟੀਜ਼ ਹੈ, ਕੀ ਚੈਲੰਜਿਸ। ਓਬਵੀਅਸਲੀ ਕੋਈ ਵੀ ਨਵਾਂ ਕੰਮ ਹੋਏਗਾ, ਥੋੜ੍ਹੇ ਬਹੁਤ ਚੈਲੰਜਿਸ ਵੀ ਆਉਣਗੀਆਂ, ਤੇ ਅਗਰ ਕੋਈ ਉਸ ਵੈਬੀਨਾਰ ਨੂੰ ਅਟੈਂਡ ਕਰਨਾ ਚਾਹੁੰਦਾ ਹੈ ਤੇ ਅਸੀਂ ਉਹ ਫਲਾਇਰ ਦੀ ਇਨਫੋਰਮੇਸ਼ਨ ਸਾਂਝੀ ਕਰਾਂਗੇ, ਉਸ 'ਤੇ ਦੇਖ ਲਓ, ਮੈਨੂੰ ਫੋਨ ਕਰੋ, ਅਸੀਂ ਇਵੈਂਟ ਬਰਾਈਟ ਕੀਤਾ ਹੋਇਆ, ਉਸ ਦੇ ਉੱਤੇ ਜਾ ਕੇ ਲਿੰਕ 'ਤੇ ਸਾਈਨ ਅਪ ਕਰੋ, ਸਾਨੂੰ ਈਮੇਲ ਭੇਜੋ। ਅਗੇਨ ਮੇਰੀ ਕੋਸ਼ਿਸ਼ ਹੈ ਕਮਿਊਨਿਟੀ ਨੂੰ ਜਿੰਨੀ ਇਨਫੋਰਮੇਸ਼ਨ ਪ੍ਰੋਵਾਈਡ ਕਰ ਸਕੀਏ, ਹੈ ਨਾ, ਜਿਸ ਤਰ੍ਹਾਂ ਦੀ ਵੀ ਇਨਫੋਰਮੇਸ਼ਨ ਸਾਡੇ ਕੋਲ ਆਉਂਦੀ ਹੈ ਕਮਿਊਨਿਟੀ ਪ੍ਰੋਵਾਈਡ ਜ਼ਰੂਰ ਕਰੀਏ। ਬਿਲਕੁਲ ਦਿਨੇਸ਼ ਜੀ, ਅੱਜ ਕੱਲ੍ਹ ਤੇ ਲੋਕਾਂ 'ਚ ਮੁੱਦਾ ਹੀ ਕੋਈ ਹੋਰ ਨਹੀਂ ਰਹਿ ਗਿਆ ਗੱਲਬਾਤ ਕਰਨ ਦਾ, ਸਾਰੇ ਜੌਬਸ ਨੂੰ ਬਿਜ਼ਨਸ ਨੂੰ ਲੈ ਕੇ ਗੱਲ ਕਰਦੇ ਨੇ, ਹੋਰ ਤੇ ਆਈ ਥਿੰਕ ਕੋਈ ਤੀਸਰਾ ਟੌਪਿਕ ਹੀ ਨਹੀਂ ਹੈਗਾ ਸਾਡੇ ਕੋਲ ਗੱਲ ਕਰਨ ਦਾ, ਕਿਉਂਕਿ ਕੋਵਿਡ ਤਾਂ ਚਲੋ ਆਲਰੇਡੀ ਚੱਲ ਹੀ ਰਿਹਾ, ਤਾਂ ਨੈਚੁਰਲੀ ਜਿਹੜੇ ਬਿਜ਼ਨਸ ਪਰਸਨ ਨੇ ਉਹ ਬਿਜ਼ਨਸ ਨੂੰ ਲੈ ਕੇ ਡਿਸਕਸ਼ਨਸ ਕਰ ਰਹੇ ਨੇ ਕਿ ਅਸੀਂ ਇਹਨੂੰ ਹੋਰ ਕਿੱਦਾਂ ਬੈਟਰ ਕਰ ਸਕਦੇ ਹਾਂ, ਤੇ ਜਿਹੜੇ ਜੌਬ ਦੀ ਤਲਾਸ਼ 'ਚ ਨੇ ਉਹਨਾਂ ਕੋਲ ਹੈ ਹੀ ਮੁੱਦਾ ਗੱਲ ਕਰਨ ਦਾ ਇੱਕੋ ਹੀ ਹੈ ਕਿ ਜੀ ਕਿਹੜੀਆਂ ਜੌਬ ਓਪਨਿੰਗਸ ਹੈਗੀਆਂ ਨੇ ਤੇ ਅਸੀਂ ਉਹਨਾਂ ਨੂੰ ਕਿਵੇਂ ਗ੍ਰੈਬ ਕਰ ਸਕਦੇ ਹਾਂ। ਬਿਲਕੁਲ ਸਹੀ ਕਹਿ ਰਹੇ, ਬਿਲਕੁਲ ਸਹੀ। ਹਾਂ, ਇਹ ਬਹੁਤ ਹੀ ਚੰਗੀ ਅਪਰਚੁਨਿਟੀ ਹੈ, ਵੈਬੀਨਾਰ ਅਟੈਂਡ ਕਰੋ, ਸਾਨੂੰ ਕੰਟੈਕਟ ਕਰੋ, ਜਿੰਨੀ ਸਾਡੇ ਕੋਲ ਇਨਫੋਰਮੇਸ਼ਨ ਹੋਏਗੀ ਅਸੀਂ ਜ਼ਰੂਰ ਸਾਂਝੀ ਕਰਾਂਗੇ। ਵੰਡਰਫੁਲ। ਸੋ ਦਿਨੇਸ਼ ਜੀ, ਅੱਗੇ ਸਾਡੇ ਕੋਲ ਕੀ ਹੈਗਾ ਆ ਡਾਊਨ ਦੀ ਲਾਈਨ ਹੋਰ ਡਿਸਕਸ ਕਰਨ ਵਾਸਤੇ? ਇੱਕ ਹੋਰ ਚੀਜ਼ ਮੈਂ ਜਿਵੇਂ ਕਹਿ ਰਿਹਾ ਸੀ ਕਿ ਅਸੀਂ ਪਹਿਲੇ ਵੀ ਸੈਸ਼ਨ ਦੇ ਵਿੱਚ 1-2 ਗੱਲਾਂ ਕਹੀਆਂ ਕਿ ਸਾਡੇ ਇੱਥੇ ਜਿੰਨੇ ਵੀ ਯੂਨੀਵਰਸਿਟੀ ਸਟੂਡੈਂਟਸ ਹੁੰਦੇ ਹੈ ਨਾ, ਹੁਣ ਕੋਵਿਡ-19 ਦੇ ਚੱਕਰ ਜੌਬ ਮਾਰਕੀਟ ਥੋੜੀ ਜੀ ਡਾਊਨ ਹੋ ਗਈ, ਥੋੜੀ ਨਹੀਂ ਬਹੁਤ ਡਾਊਨ ਹੋਈ ਸੀ, ਬਹੁਤ ਮਤਲਬ ਜਿਹੜੇ ਲੋਕ ਇੱਥੇ 25-30 ਸਾਲਾਂ ਤੋਂ ਰਹਿ ਰਹੇ ਸੀ, ਇਵਨ ਉਹਨਾਂ ਲੋਕਾਂ ਦੀ ਵੀ ਜੌਬਸ ਕਈ ਵਾਰੀ ਚਲੀ ਗਈ ਸੀ, ਤੇ ਜਿਹੜਾ ਯੂਥ ਹੈਗਾ ਹੈ ਨਾ, ਉਹਨਾਂ ਦਾ ਐਜੂਕੇਸ਼ਨ ਹੈਗੀ ਸੀ ਪਰ ਐਕਸਪੀਰੀਅੰਸ ਨਹੀਂ ਸੀ ਹੈਗਾ, ਤੇ ਉਹਨਾਂ ਨੂੰ ਓਬਵੀਅਸਲੀ ਚੈਲੰਜਿਸ ਹੋ ਰਹੀਆਂ ਸੀ ਜਾਂ ਹੋ ਰਹੀਆਂ ਹੈ। ਹੁਣ 2 ਚੀਜ਼ਾਂ ਹੈਗੀਆਂ, ਇੱਕ ਚੀਜ਼ ਤਾਂ ਇਹ ਹੈ ਕਿ ਇਹ ਮੈਨੂਫੈਕਚਰਿੰਗ ਖੁੱਲ੍ਹਣ ਲਈ ਗੌਰਮੈਂਟ ਇਹ ਸਪੋਰਟ ਕਰਨ ਲਈ ਕਿ $9.3 ਮਿਲੀਅਨ ਦੇ ਰਹੇ ਆ, ਤੁਸੀਂ ਟ੍ਰੇਨਿੰਗ ਲੈਣੀ ਹੈ ਉਹਨਾਂ ਮੈਨੂਫੈਕਚਰਿੰਗ ਜੌਬ ਦੇ ਰਿਲੇਟਿਡ। ਇੱਕ ਇਹ ਬਹੁਤ ਚੰਗੀ ਅਪਰਚੁਨਿਟੀ ਹੈ ਕਿ ਆਪਣੀ ਸਕਿੱਲਸ ਨੂੰ ਅਪਗ੍ਰੇਡ ਕਰੋ। ਥਿਓਰੀਟੀਕਲ ਨੌਲੇਜ ਤਾਂ ਹੈਗੀ ਹੈ, ਉਸ ਨੂੰ ਤੁਸੀਂ ਸਕਿਲਡ ਦੇ ਵਿੱਚ, ਪ੍ਰੈਕਟੀਕਲ ਦੇ ਵਿੱਚ ਕਿਵੇਂ ਲੈ ਕੇ ਆ ਸਕਦੇ ਹੋ, ਹੈ ਨਾ, ਉਹ ਗੌਰਮੈਂਟ ਕੀਤੀ ਹੈ। ਸਾਡੇ ਕੋਲ ਆਓ, ਹੋਰ ਕਿਸੇ ਨੂੰ ਮਤਲਬ ਅਸੀਂ ਜਿੰਨਾ ਹੋ ਸਕੇ ਕਰ। ਲੇਕਿਨ ਜਿਹੜਾ ਮੈਨੂੰ ਇੱਕ ਚੀਜ਼ ਦਾ ਬਹੁਤ ਮਨ ਨੂੰ ਲੱਗਦਾ, ਦੁੱਖ ਹੁੰਦਾ, ਉਹ ਅਸੀਂ ਆਏ ਦਿਨ ਨਾ ਕੋਈ ਖਬਰ ਸੁਣਨ ਨੂੰ ਲੱਗੀ ਰਹਿੰਦੀ ਹੈ ਕਿ ਉਸ ਬੱਚੇ ਨੂੰ ਡਿਪਰੈਸ਼ਨ ਹੋ ਗਿਆ, ਉਹਨੂੰ ਐਂਜ਼ਾਈਟੀ ਹੋ ਗਈ, ਉਹਨੇ ਸੁਸਾਈਡ ਕਰ ਲਿਆ। ਤੇ ਮੈਂ ਸਿਰਫ ਸਾਰੇ ਪੇਰੈਂਟਸ ਨੂੰ, ਮੈਂ ਪਿਛਲੇ ਹਫ਼ਤੇ ਵੀ ਇੱਕ ਗੱਲ ਸਾਂਝੀ ਕੀਤੀ ਸੀ, ਹੋਏ ਕਿ ਚਾਹੇ ਸੁਸਾਈਡ ਹੋਏ, ਡਿਪਰੈਸ਼ਨ ਹੋਏ, ਐਂਜ਼ਾਈਟੀ, ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈਗਾ। ਬਿਲਕੁਲ ਨਹੀਂ ਹੈ ਜੀ, ਬਿਲਕੁਲ ਵੀ ਨਹੀਂ ਹੈ, ਬਿਲਕੁਲ ਹੱਲ ਨਹੀਂ ਹੈਗਾ। ਤੁਸੀਂ ਅਗਰ ਇਹ ਕੋਈ ਕਦਮ ਚੁੱਕਦੇ ਹੋ, ਚਾਹੇ ਡਿਪਰੈਸ਼ਨ ਵਿੱਚ ਜਾਂਦੇ ਹੋ, ਐਂਜ਼ਾਈਟੀ ਜਾਂਦੇ, ਕਿਸੇ ਇੱਕ ਕਦਮ ਚੁੱਕਦੇ, ਤੁਸੀਂ ਨਾ ਕੇਵਲ ਆਪਣਾ ਫਿਊਚਰ ਖਰਾਬ ਕਰ ਰਹੇ ਹੋ, ਬਟ ਤੁਹਾਡੇ ਪੇਰੈਂਟਸ ਹੈ, ਸਿਬਲਿੰਗਸ ਹੈ ਨਾ, ਇਹ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੈਗਾ। ਤੇ ਅਗਰ ਕਿਸੇ ਨਾਲ ਤੁਸੀਂ ਗੱਲ ਕਰਨਾ ਚਾਹੁੰਦੇ ਹੋ, ਕੋਈ ਕੈਰੀਅਰ ਦੀ ਗਾਈਡੈਂਸ ਲੈਣਾ ਚਾਹੁੰਦੇ ਹੋ ਕਿ ਅਗਰ ਤੁਹਾਨੂੰ ਜੌਬ ਨਹੀਂ ਮਿਲ ਰਹੀ, ਤੁਸੀਂ ਬੈਠ ਕੇ ਦੇਖਣਾ ਚਾਹੁੰਦੇ ਕਿ ਕਿਉਂ ਨਹੀਂ, ਮੈਂ ਪੜ੍ਹਾ ਲਿਖਾ ਹੈਗਾ, ਮੈਨੂੰ ਜੌਬ ਕਿਉਂ ਨਹੀਂ ਮਿਲ ਰਹੀ ਹੈ, ਸਾਡੇ ਕੋਲ ਆਓ, ਅਸੀਂ ਬੈਠ ਕੇ ਗੱਲ ਕਰਾਂਗੇ, ਤੁਹਾਨੂੰ ਦੱਸਾਂਗੇ ਕਿ ਯਾਰ ਹੋ ਸਕਦਾ ਕੋਈ ਕਈ ਵਾਰੀ ਉਹ ਕਹਿੰਦਾ ਨਾ ਕਿ ਉਹ ਹੀਰੇ ਤੇ ਹੁੰਦੇ ਆ, ਲੇਕਿਨ ਹੀਰੇ ਨੂੰ ਥੋੜ੍ਹਾ ਬਹੁਤ ਤਰਾਸ਼ਣਾ ਪੈਂਦਾ ਜਾਂ ਬਾਇਓਡਾਟਾ ਜਿਹੜੇ ਵੀ ਰੈਜ਼ੂਮੇ 'ਚ ਜਾਂ ਤੁਹਾਡੇ ਬਾਇਓਡਾਟੇ 'ਚ ਜੋ ਵੀ ਚੀਜ਼ਾਂ ਨੇ ਉਹਨੂੰ ਥੋੜਾ ਇੱਕ ਵਾਰੀ ਰੀਸ਼ਫਲ ਕਰਨ ਦੀ ਗੱਲ ਆ। ਤੇ ਆਈ ਥਿੰਕ ਉਹਦੇ ਨਾਲ ਕਾਫੀ ਵਧੀਆ ਇੰਪੈਕਟ ਦੇਖਣ ਨੂੰ ਮਿਲਦਾ। ਬਿਲਕੁਲ ਹੁੰਦਾ, ਬਿਲਕੁਲ। ਸਾਡੇ ਕੋਲ ਆਓ, ਸਾਨੂੰ ਕੰਟੈਕਟ ਕਰੋ। ਮੈਂ ਹਮੇਸ਼ਾ ਕਹਿੰਦਾ, ਮੈਂ ਐਕਸਪਰਟ ਆਪਣੀ ਫੀਲਡ ਦਾ ਹੈਗਾ, HR ਦਾ ਫੀਲਡ ਦਾ ਐਕਸਪਰਟ ਹੈਗਾ, ਮੈਂ ਹੋਰ ਫੀਲਡ ਦਾ ਐਕਸਪਰਟ ਨਹੀਂ ਹਾਂ। ਤਾਂ ਅਗਰ ਮੈਨੂੰ ਕਿਸੇ ਹੋਰ ਨਾਲ ਤੁਹਾਨੂੰ ਕੰਟੈਕਟ ਕਰਾਉਣਾ ਪਏਗਾ ਤਾਂ ਮੈਂ ਜ਼ਰੂਰ ਕਰਾਊਂਗਾ, ਕੰਟੈਕਟ ਜ਼ਰੂਰ ਕਰਾ ਦੂੰਗਾ। ਮੇਰੀ ਕੋਸ਼ਿਸ਼ ਹੋਏਗੀ ਜਿੰਨੀ ਕਮਿਊਨਿਟੀ ਦੀ ਹੈਲਪ ਹੋ ਸਕੇ ਉਨੀ ਹੈਲਪ ਕੀਤੀ ਜਾਏ। ਵੰਡਰਫੁਲ, that's very great news actually. So viewers, ਜੇ ਤੁਹਾਡੇ ਕੋਲ ਹਾਲੇ ਵੀ ਤੁਹਾਡੇ ਕੈਰੀਅਰ ਨੂੰ ਲੈ ਕੇ ਜਾਂ ਤੁਹਾਡੀ ਜੌਬ ਨੂੰ ਲੈ ਕੇ ਕੋਈ ਵੀ ਕੁਐਸਚਨਸ ਹੈਗੇ ਨੇ ਤਾਂ ਤੁਸੀਂ ਦਿਨੇਸ਼ ਜੀ ਨਾਲ ਈਮੇਲ ਵੀ ਕਰ ਸਕਦੇ ਹੋ, ਉਹਨਾਂ ਨੂੰ ਕਾਲ ਵੀ ਕਰ ਸਕਦੇ ਹੋ। ਦਿਨੇਸ਼ ਜੀ, ਮੈਂ ਆਪਣੀ ਗੱਲ ਕੰਟੀਨਿਊ ਕਰਦੀ ਹਾਂ, ਤੁਸੀਂ ਉਦੋਂ ਪਹਿਲਾਂ ਆਪਣਾ ਕਾਈਂਡਲੀ ਫੋਨ ਨੰਬਰ ਸ਼ੇਅਰ ਕਰ ਦਿਓ। ਮੇਰਾ ਫੋਨ ਨੰਬਰ ਹੈ 4168581502। ਮੇਰਾ ਈਮੇਲ ਐਡਰੈਸ ਹੈਗਾ dinesh dinesh@sustalent.ca। ਵੰਡਰਫੁਲ। ਐਂਡ ਜਿੱਦਾਂ ਕਿ ਦਿਨੇਸ਼ ਜੀ ਨੇ ਦੱਸਿਆ ਕਿ ਮੈਨੂਫੈਕਚਰਿੰਗ ਦੀਆਂ ਜੌਬਸ ਨੇ ਜਿਹੜੀਆਂ ਉਹਨਾਂ ਵਿੱਚ ਬਹੁਤ ਜ਼ਿਆਦਾ ਸਕੋਪ ਹੈਗਾ
ਸੋ ਤੁਸੀਂ ਜੇ ਇਸੇ ਸੈਕਟਰ ਦੇ ਵਿੱਚ ਜੌਬ ਲੈਣ ਬਾਰੇ ਸੋਚ ਰਹੇ ਹੋ ਬਟ ਤੁਹਾਨੂੰ ਇੱਦਾਂ ਲੱਗਦਾ ਆ ਕਿ ਤੁਹਾਡੇ ਕੋਲ ਐਕਸਪੀਰੀਅੰਸ ਦੀ ਕਮੀ ਆ ਜਾਂ ਤੁਹਾਡੇ ਕੋਲ ਇਸ ਤਰ੍ਹਾਂ ਦੀ ਕਹਿ ਲਓ ਐਜੂਕੇਸ਼ਨ ਨਹੀਂ ਹੈਗੀ, ਤਾਂ ਉਹ ਵੀ ਹੁਣ ਜਿੱਦਾਂ ਕਿ ਆਪਣੇ ਡਗ ਫੋਰਡ ਸਾਹਿਬ ਨੇ ਸਾਡੇ, ਉਹਨਾਂ ਨੇ ਕਾਫੀ ਜ਼ਿਆਦਾ ਹੁਣ ਫੰਡ ਰਿਲੀਜ਼ ਕੀਤਾ ਆ ਕਿ ਤੁਹਾਨੂੰ ਔਨ ਵਰਕ ਪਲੇਸ ਤੁਹਾਨੂੰ ਐਕਸਪੀਰੀਅੰਸ ਵੀ ਦਿੱਤਾ ਜਾਵੇ ਔਰ ਤੁਹਾਡੇ ਸੈਕੰਡ ਕੈਰੀਅਰ ਦੀ ਵੀ ਉਹ ਇੱਕ ਸ਼ੁਰੂਆਤ ਹੋ ਸਕਦੀ ਹੈ। ਸੋ ਆਈ ਥਿੰਕ ਇਟਸ ਅ ਵੈਰੀ ਗੁੱਡ ਅਪਰਚੁਨਿਟੀ ਐਂਡ ਤੁਹਾਨੂੰ ਇਹਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ ਆ ਜੇ ਤੁਸੀਂ ਐਕਚੁਅਲ 'ਚ ਆਪਣੇ ਕੈਰੀਅਰ ਨੂੰ ਅੱਗੇ ਹੋਰ ਲਿਜਾਣ ਦੇ ਚਾਹਵਾਨ ਹੋ ਤੇ ਜ਼ਿੰਦਾ ਦਿਲੀ ਦੇ ਨਾਲ ਇੱਕ ਜੌਬ ਦੀ ਤਲਾਸ਼ ਕਰ ਰਹੇ ਹੋ। ਮੈਂ ਚਾਹਾਂਗੀ ਦਿਨੇਸ਼ ਜੀ ਪ੍ਰੋਗਰਾਮ ਖਤਮ ਹੋਣ ਤੋਂ ਪਹਿਲਾਂ ਤੁਸੀਂ ਆਪਣਾ ਜਿਹੜਾ ਤੁਹਾਡਾ ਵੈਬਿਨਾਰ ਹੋ ਰਿਹਾ ਕੱਲ੍ਹ, ਆਈ ਮੀਨ ਇਸ ਵੀਕਐਂਡ 'ਤੇ, ਉਹਦੇ ਬਾਰੇ ਸਾਡੇ ਵਿਊਅਰਸ ਨੂੰ ਇੱਕ ਵਾਰੀ ਫਿਰ ਦੱਸ ਦਿਓ ਤਾਂ ਕਿ ਉਹ ਉਸ ਦੀ ਤਿਆਰੀ ਕਰ ਲੈਣ। ਬਿਲਕੁਲ, ਜਿਵੇਂ ਕਿਹਾ ਕਿ ਵੈਬਿਨਾਰ ਅਸੀਂ ਜੋ ਕਰਾ ਰਹੇ ਹਾਂ ਉਹ ਵੈਬਿਨਾਰ ਕਰਾ ਰਹੇ ਹਾਂ ਸੈਪਟੰਬਰ 19 ਇਸ ਸੈਟਰਡੇ ਨੂੰ ਨਹੀਂ, ਅਗਲੇ ਸੈਟਰਡੇ ਨੂੰ ਕਰਾ ਰਹੇ ਹਾਂ। ਉਹ ਵੈਬਿਨਾਰ ਦਾ ਟਾਈਟਲ ਹੈਗਾ ਮੈਨੂਫੈਕਚਰਿੰਗ ਇਨ ਓਨਟੇਰੀਓ ਦਾ ਰੋਡ ਅਹੈਡ, ਕਿ ਮੈਨੂਫੈਕਚਰਿੰਗ ਓਨਟੇਰੀਓ ਦੇ ਵਿੱਚ ਜਿਹੜੇ ਡਗ ਫੋਰਡ ਸਾਹਿਬ ਨੇ, ਪ੍ਰੀਮੀਅਰ ਨੇ ਕਿਹਾ ਕਿ ਮੈਨੂਫੈਕਚਰਿੰਗ ਆਏਗੀ ਇੱਥੇ, ਮੇਡ ਇਨ, ਉਹਨਾਂ ਨੇ ਸਲੋਗਨ ਦਿੱਤਾ ਮੇਡ ਇਨ ਓਨਟੇਰੀਓ ਬਾਈ ਓਨਟੇਰੀਅਨਸ, ਤੇ ਉਸ ਦੀ ਜਾਣਕਾਰੀ ਲਈ ਪੂਰੀ ਜਾਣਕਾਰੀ ਮੈਂ ਜਿੰਨੇ ਵੀ ਸਾਡੇ ਦਰਸ਼ਕ ਇਹ ਦੇਖ ਰਹੇ, ਖਾਸ ਕਰ ਜਿਹੜੇ ਬਿਜ਼ਨਸ ਓਨਰਸ ਦੇਖ ਰਹੇ हैं, ਉਹਨਾਂ ਨੂੰ ਇਹ ਰਿਕੁਐਸਟ ਕਰੂੰਗਾ, ਗੁਜ਼ਾਰਿਸ਼ ਕਰੂੰਗਾ ਕਿ ਉਹ ਜ਼ਰੂਰ ਇਹ ਵੈਬਿਨਾਰ ਅਟੈਂਡ ਕਰਨ, ਹੈ ਨਾ, ਕਿਉਂਕਿ ਉਹਨਾਂ ਨੂੰ ਇੰਨੀਆਂ ਇਨਫੋਰਮੇਸ਼ਨ ਇੱਥੇ ਮਿਲਣਗੀਆਂ, ਇਸ ਵੈਬਿਨਾਰ 'ਤੇ ਮਿਲਣਗੀਆਂ, ਜਿਸ ਦੇ ਵਿੱਚ ਉਹਨਾਂ ਨੂੰ ਪਤਾ ਲੱਗਿਆ ਕਿ ਕੀ ਅਪਰਚੁਨਿਟੀਜ਼ ਹੈਗੀਆਂ ਮੈਨੂਫੈਕਚਰਿੰਗ ਦੇ ਵਿੱਚ, ਉਹ ਕਿਵੇਂ ਉਹਨਾਂ ਅਪਰਚੁਨਿਟੀਜ਼ ਨੂੰ ਲੈ ਸਕਦੇ ਆ, ਤੇ ਜਿਹੜੇ ਵੀ ਪ੍ਰੈਜ਼ੈਂਟ ਕਰ ਰਹੇ ਆ ਉਹ ਬਹੁਤ ਸੀਨੀਅਰ ਹੈਗੇ ਆ, ਹੈ ਨਾ, ਤੇ ਉਹ ਬਾਰ-ਬਾਰ ਨਹੀਂ ਮਿਲਣਗੇ ਇਹ ਇਨਫੋਰਮੇਸ਼ਨ ਸ਼ੇਅਰ ਕਰਨ ਲਈ। ਅਸੀਂ ਰਿਕੁਐਸਟ ਕੀਤੀ ਉਹਨਾਂ ਨੂੰ ਤੇ ਉਹ ਆ ਗਏ, ਕਹਿ ਇਹ ਕਿ ਹਾਂ ਅਸੀਂ ਕਮਿਊਨਿਟੀ ਲਈ ਕਰਨਾ ਚਾਹੁੰਦੇ ਹਾਂ, ਜ਼ਰੂਰ ਅਟੈਂਡ ਕਰੋ। ਸੈਪਟੰਬਰ 19 ਨੂੰ ਹੈਗਾ, ਸਵੇਰੇ 11 ਵਜੇ ਤੋਂ ਲੈ ਕੇ 12:30 ਵਜੇ ਤੱਕ, ਜਿਹੜਾ ਟਾਈਟਲ ਹੈ ਮੈਨੂਫੈਕਚਰਿੰਗ ਓਨਟੇਰੀਓ ਵੈਬਿਨਾਰ ਕਰਕੇ। ਫੋਨ ਕਰੋ ਮੈਨੂੰ, ਈਮੇਲ ਕਰੋ, ਅਸੀਂ ਤੁਹਾਨੂੰ ਰਜਿਸਟਰਡ ਕਰਾਂਗੇ। ਸਾਰਿਆਂ ਨਾਲ ਵੱਡੀ ਗੱਲ ਹੈ ਫ੍ਰੀ ਆਫ ਕਾਸਟ ਹੈ, ਕੋਈ ਚਾਰजेस ਨਹੀਂ ਹੈਗੇ ਇਹਨਾਂ ਵੈਬਿਨਾਰਸ ਨੂੰ ਅਟੈਂਡ ਕਰਨ। ਮਤਲਬ ਮੈਂ ਤਾਂ ਇਹੋ ਕਹਾਂਗਾ ਕਿ ਇਸ ਨਾਲ ਜ਼ਿਆਦਾ ਵਧੀਆ ਅਪਰਚੁਨਿਟੀ ਹੋਰ ਕਿੱਥੇ ਮਿਲੇਗੀ ਕਿ ਤੁਹਾਨੂੰ ਇੱਕ ਬਹੁਤ ਸੀਨੀਅਰ ਬੰਦੇ ਨੂੰ ਸੁਣਨ ਨੂੰ ਮਿਲ ਰਿਹਾ ਵੈਬਿਨਾਰ ਦੇ ਥਰੂ, ਆਪਣੇ ਘਰੋਂ ਬੈਠੋ, ਆਫਿਸ ਤੋਂ ਬੈਠੋ, ਕਿਸੇ ਵੀ ਬੈਠੇ ਕਰਨ, ਤੇ ਕੋਈ ਪੈਸੇ ਨਹੀਂ ਲੱਗ ਰਹੇ ਆ ਸੁਣਨ, ਇੰਨੀ ਜਾਣਕਾਰੀ ਇਸ ਨਾਲ ਜ਼ਿਆਦਾ ਤੇ ਕੋਈ ਨਹੀਂ ਕਰ ਸਕਦਾ। ਆਈ ਡੋਨਟ ਥਿੰਕ ਸੋ। 30 ਇਅਰਸ ਦਾ ਕਹਿ ਲਓ ਕਿ ਐਕਸਪੀਰੀਅੰਸ ਕੋਈ ਤੁਹਾਡੇ ਨਾਲ ਫ੍ਰੀ ਆਫ ਕਾਸਟ ਸ਼ੇਅਰ ਕਰਦਾ ਹੈ ਤਾਂ ਇਹ ਬਹੁਤ ਵੱਡੀ ਗੱਲ ਆ ਬਹੁਤ। ਔਰ ਉਹ ਜਿਹੜੇ ਹੈ ਉਹ ਇੱਕ ਕੰਪਨੀ ਹੈ, ਕੈਪਜੈਮਿਨਾਈ ਕਰਕੇ ਕੰਪਨੀ ਹੈ, ਉਹ ਕੈਪਜੈਮਿਨਾਈ ਦੇ ਪੂਰੀ ਕੈਨੇਡੀਅਨ ਆਪਰੇਸ਼ਨ ਦੇ ਇੱਕ ਪਾਰਟਿਕੂਲਰ HR ਤੇ ਲੇਬਰ ਰਿਲੇਸ਼ਨ ਦੇ ਹੈਡ ਹੈਗੇ ਹਨ। ਹੀ ਇਜ਼ ਦ ਡਾਇਰੈਕਟਰ ਆਫ HR ਐਂਡ ਲੇਬਰ ਰਿਲੇਸ਼ਨ for the entire Canadian operation of Capgemini company. That's good. ਹਾਂਜੀ। So viewers, ਜੀ ਕਿ ਅੱਜ ਦਿਨੇਸ਼ ਸ਼ਰਮਾ ਜੀ ਨੇ ਸਾਡੇ ਨਾਲ ਜਾਣਕਾਰੀ ਸ਼ੇਅਰ ਕੀਤੀ, ਆਈ ਥਿੰਕ ਇਹ ਬਹੁਤ ਜ਼ਿਆਦਾ ਵੈਲਿਊਏਬਲ ਹੈ। ਆਈ ਹੋਪ ਕਿ ਤੁਹਾਨੂੰ ਇਹਦੇ ਵਿੱਚ ਤੁਹਾਡੀ ਕੁਝ ਕੁਐਰੀਜ਼ ਹੋਣਗੀਆਂ, ਉਹਨਾਂ ਦੇ ਜ਼ਰੂਰ ਕੋਈ ਨਾ ਕੋਈ ਆਨਸਰ ਜ਼ਰੂਰ ਮਿਲ ਗਏ ਹੋਣਗੇ। ਜੇ ਫਿਰ ਵੀ ਤੁਹਾਡੇ ਕੋਈ ਕੁਐਸਚਨ ਰਹਿ ਗਏ ਨੇ ਤਾਂ ਤੁਸੀਂ ਡਾਇਰੈਕਟ ਦਿਨੇਸ਼ ਜੀ ਨੂੰ ਵੀ ਕਾਲ ਕਰ ਸਕਦੇ ਹੋ, ਜਾਂ ਤੁਸੀਂ ਮੈਨੂੰ ਜਾਂ ਬੌਬ ਦਸਾਂਝ ਜੀ ਨੂੰ ਵੀ ਕਾਲ ਕਰਕੇ ਇਹਨਾਂ ਦਾ ਨੰਬਰ ਲੈ ਸਕਦੇ ਹੋ, ਜਾਂ ਕੋਈ ਵੀ ਹੋਰ ਇਸੇ ਤਰ੍ਹਾਂ ਦੇ ਰਿਲੇਟਡ ਕੋਈ ਵੀ ਇਨਫੋਰਮੇਸ਼ਨ ਤੁਸੀਂ ਚਾਹੁੰਦੇ ਤਾਂ ਸਾਨੂੰ ਅਸੀਂ ਤੁਹਾਨੂੰ ਪ੍ਰੋਵਾਈਡ ਕਰ ਸਕਦੇ ਹਾਂ। ਸੋ ਦਿਨੇਸ਼ ਜੀ, ਵਾਂਸ ਅਗੇਨ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਸਟੂਡੀਓ 'ਚ ਆਏ ਤੇ ਇੰਨੀ ਸੋਹਣੀ ਇਨਫੋਰਮੇਸ਼ਨ ਸਾਡੇ ਵਿਊਅਰਸ ਨਾਲ ਸ਼ੇਅਰ ਕੀਤੀ। ਸੋ ਵਾਂਸ ਅਗੇਨ ਤਹਿ ਦਿਲੋਂ ਤੁਹਾਡਾ ਸ਼ੁਕਰੀਆ। ਥੈਂਕ ਯੂ ਰਵਿੰਦਰ ਜੀ, ਥੈਂਕ ਯੂ। ਤੁਹਾਡਾ ਸਾਂਝਾ ਪੰਜਾਬ ਦਾ ਮੈਂ ਹਮੇਸ਼ਾ ਇੱਕੋ ਗੱਲ ਕਹਿੰਦਾ ਆਇਆ ਕਿ ਕਮਿਊਨਿਟੀ ਨੂੰ ਜਿੰਨੀ ਇਨਫੋਰਮੇਸ਼ਨ ਪ੍ਰੋਵਾਈਡ ਕਰ, ਜਿੰਨੀ ਸੇਵਾ ਕਰ ਸਕੀਏ ਕਮਿਊਨਿਟੀ ਦੀ, ਉਹੀ ਹਮੇਸ਼ਾ ਮੇਰੀ ਕੋਸ਼ਿਸ਼ ਹੈਗੀ ਹੈ। ਯੂ ਵੈਲਕਮ। ਸੋ ਵਿਊਅਰਸ, ਆਈ ਹੋਪ ਤੁਹਾਨੂੰ ਅੱਜ ਦੀ ਸਾਡੀ ਇਹ ਡਿਸਕਸ਼ਨ ਪਸੰਦ ਜ਼ਰੂਰ ਆਈ ਹੋਏਗੀ। ਜੇ ਫਿਰ ਵੀ ਤੁਹਾਡੇ ਇਸ ਡਿਸਕਸ਼ਨ ਨੂੰ ਲੈ ਕੇ ਕੋਈ ਵਿਊਜ਼ ਨੇ ਜਾਂ ਕੋਈ ਰਿਵਿਊਜ਼ ਨੇ, ਯੂ ਕੈਨ ਟਾਕ ਟੂ ਮੀ ਔਰ ਯੂ ਕੈਨ ਕਾਲ ਬੌਬ ਦਸਾਂਝ ਜੀ। ਐਂਡ ਜ਼ਿਆਦਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜਾਂ ਸਾਡੇ ਫੇਸਬੁੱਕ ਚੈਨਲ ਨੂੰ ਲਾਈਕ ਕਰਨਾ ਜਾਂ ਸ਼ੇਅਰ ਕਰਨਾ ਨਾ ਭੁੱਲਣਾ, ਕਿਉਂਕਿ ਇਹ ਸਾਰੇ ਪ੍ਰੋਗਰਾਮ ਤੁਸੀਂ ਉੱਥੇ ਵੀ ਦੇਖ ਸਕਦੇ ਹੋ। ਸੋ ਹੁਣ ਮੈਨੂੰ ਤੇ ਦਿਨੇਸ਼ ਜੀ ਨੂੰ ਦਿਓ ਇਜਾਜ਼ਤ, ਤੇ ਤੁਸੀਂ ਜੁੜੇ ਰਹੋ ਸਾਂਝਾ ਪੰਜਾਬ ਦੇ ਨਾਲ ਸਾਰਾ ਦਿਨ ਸਾਰੀ ਰਾਤ। ਸਤਿ ਸ਼੍ਰੀ ਅਕਾਲ। ਥੈਂਕ ਯੂ ਰਵਿੰਦਰ ਜੀ।